Hello everyone, I'm Navneet from Skydream. Welcome back to my YouTube channel. Firstly, subscribe my channel if you want to get the desirable band score like 7+, 8+ band score. आज आप जो डिस्कस करांगे वो कॉमन एरर्स हैं. कॉमन एरर इन द सेंस भी कॉमन मिसटेक्स हैं वो वाले कैंਡੀਡੇਟਸ ਦੀਆਂ ਜਿਹੜੇ एग्जाम्स ਦੇ ਵਿੱਚ ਆਲਮੋਸਟ ਬੈਠਦੇ ਆ. ਆਲਮੋਸਟ ਇੱਕ ਕੈਂਡੀਡੇਟ ਦੀ ਪ੍ਰੋਬਲਮ ਨਹੀਂ ਹੁੰਦੀ, ਇਹ ਸਾਰੇ ਕੈਂਡੀਡੇਟਸ ਨੂੰ ਇਹਦੇ ਰਿਗਾਰਡਿੰਗ ਅਵੇਅਰਨੈਸ ਨਹੀਂ ਹੁੰਦੀ. ਦੈਟਸ ਵਾਈ ਦੇ ਹੈਵ ਟੂ ਫੇਸ ਅ ਲੋਟ ਆਫ ਪ੍ਰੋਬਲਮਸ ਐਂਡ ਦੇ ਆਲਵੇਜ਼ ਡਿਡਕਟ देयर मार्क्स. सो जी मैं वीडियो अज बना रही हाँ टिल एट द एंड यू शुड बी कॉन्शियस रिगार्डिंग माई वीडियो सो दैट यू कैन बूस्ट योर स्कोर एंड यू कैन कंप्लीट योर एक्सपेक्टेशंस दैट यू ऑलवेज सेट वाइल योर एग्जामिनेशन एंड वाइल योर प्रिपरेशन रिगार्डिंग फॉर IELTS and PTE also. So this video is very beneficial for the candidates who belong to IELTS and the candidates who belong to PTE because PTE ਦੇ ਵਿੱਚ ਵੀ grammatical mistakes ਦੇ ਕਾਰਨ ਹੀ ਉਹ ਰੀਡਿੰਗ ਦਾ ਜਿਹੜਾ ਪੋਰਸ਼ਨ ਹੈ ਉਹ ਕਾਫੀ ਹੱਦ ਤੱਕ ਉਹਨਾਂ ਦਾ ਇਨਕਰੈਕਸ਼ਨ 'ਚ ਚਲਾ ਜਾਂਦਾ ਹੈ. ਸੋ ਯੂ ਸ਼ੁਡ ਫੋਲੋ ਮਾਈ ਵੀਡੀਓ ਟਿਲ ਐਟ ਦ ਐਂਡ. ਸੋ ਲੈਟਸ ਸਟਾਰਟ. ਕਿਹੜੇ ਕਾਮਨ ਮਿਸਟੇਕਸ हैं ਜਿਹੜੇ ਕੈਂਡੀਡੇਟਸ ਕਰਦੇ ਆ. ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰੀਏ ਕਿ ਚਾਈਲਡਹੁੱਡ ਤੇ ਪੱਕਾ ਕੁਐਸਚਨ ਐਗਜ਼ਾਮੀਨਰ ਪੁੱਛਦਾ ਹੀ ਪੁੱਛਦਾ. ਜੇ ਐਗਜ਼ਾਮੀਨਰ ਤੁਹਾਨੂੰ ਕੁਐਸਚਨ ਨਹੀਂ ਪੁੱਛਦਾ ਤਾਂ ਤੁਸੀਂ ਜਦੋਂ ਕਿਊ ਕਾਰਡ ਸੁਣਾਉਂਦੇ ਹੋ ਉਸ ਟਾਈਮ ਤੇ ਵੀ ਤੁਹਾਡਾ ਇਹ ਪੋਰਸ਼ਨ ਹੈ ਜਿਹੜਾ ਯੂਜ਼ ਹੁੰਦਾ. ਕਿਉਂਕਿ ਜਦੋਂ ਆਪਾਂ ਕਹਿੰਦੇ ਆ ਕਿ ਮੇਰੇ ਬਚਪਨ ਦੇ ਵਿੱਚ ਇੱਦਾਂ ਸੀ, ਮੇਰੇ ਬਚਪਨ ਦੇ ਵਿੱਚ ਇੱਦਾਂ ਸੀਗਾ, ਕਿਉਂਕਿ ਕਿਊ ਕਾਰਡ ਦੇ ਵਿੱਚ ਵੀ ਮੋਸਟਲੀ ਜਿਹੜੀਆਂ ਸਟੋਰੀਜ਼ ਹੁੰਦੀਆਂ ਨੇ ਉਹ ਆਪਣੀਆਂ ਚਾਈਲਡਹੁੱਡ ਤੇ ਹੁੰਦੀਆਂ ਤੇ ਆਲਮੋਸਟ ਐਗਜ਼ਾਮੀਨਰ ਤੁਹਾਨੂੰ ਇਸ ਤਰੀਕੇ ਦੇ ਨਾਲ ਕੁਐਸਚਨ ਕਰਦਾ ਕਿ ਹਾਊ ਲੌਂਗ ਹੈਵ ਯੂ ਬੀਨ ਲਿਵਿੰਗ ਦ ਪਲੇਸ ਵੇਅਰ ਯੂ ਆਰ ਲਿਵਿੰਗ ਨਾਓ. ਕਿੰਨੇ ਲੰਬੇ ਸਮੇਂ ਤੋਂ ਤੁਸੀਂ ਉਸ ਪਲੇਸ ਤੇ ਰਹਿ ਰਹੇ ਹੋ ਜਿੱਥੇ ਤੁਸੀਂ ਹੁਣ ਰਹਿੰਦੇ ਹੋ. ਤਾਂ ਉਹਦਾ ਆਨਸਰ ਕੀ ਦਿੰਦੇ ਹੋ ਤੁਸੀਂ? ਆਈ ਲੀਵ. ਵੈਸੇ ਮੋਸਟਲੀ ਤਾਂ ਸਟੂਡੈਂਟ ਇਹ ਵਾਲਾ ਟੈਂਸ ਵੀ ਗਲਤ ਕਰਦੇ ਆ. ਉਹ ਕਹਿੰਦੇ ਆ ਆਈ ਲੀਵ ਫਰੋਮ ਮਾਈ ਚਾਈਲਡਹੁੱਡ. ਫਰੋਮ ਨਹੀਂ ਆਉਂਦਾ ਚਾਈਲਡਹੁੱਡ ਦੇ ਨਾਲ, ਨਾ ਹੀ ਇਨ ਮਾਈ ਚਾਈਲਡਹੁੱਡ ਹੁੰਦਾ. ਇਹਦੇ ਨਾਲ ਹਮੇਸ਼ਾ ਸਿੰਸ ਵਾਲਾ ਪ੍ਰੈਪੋਜੀਸ਼ਨ ਲੱਗਦਾ ਦੈਟ ਇਜ਼ ਪ੍ਰੋਪਰਲੀ ਐਪਰੋਪਰੀਏਟ. ਜਿਵੇਂ ਸਪੋਜ਼ ਕਰੋ ਤੁਸੀਂ ਜਿਵੇਂ ਕਾਊਂਟੇਬਲ ਤੇ ਅਨਕਾਊਂਟੇਬਲ ਵਰਡ ਤਾਂ ਜਾਣਦੇ ਹੀ ਹੋਵੋਗੇ. ਕਾਊਂਟੇਬਲ ਤੇ ਅਨਕਾਊਂਟੇਬਲ ਵਰਡਸ ਦੇ ਵਿੱਚ ਕਿਵੇਂ ਮਤਲਬ ਪ੍ਰੋਬਲਮ ਆਉਂਦੀ ਹੈ, ਫਿਰ ਉਹਨੂੰ ਰਿਲੇਟ ਕਰਕੇ ਇਹਨੂੰ ਸਮਝਦੇ ਹਾਂ ਵੀ ਤੁਸੀਂ ਕਿਸ ਤਰ੍ਹਾਂ ਦੀ ਮਿਸਟੇਕਸ ਕਰਦੇ ਹੋ. ਜਿਹੜਾ ਕਾਊਂਟੇਬਲ ਤੇ ਅਨਕਾਊਂਟੇਬਲ ਹੈ, ਜਿਵੇਂ ਸਪੋਜ਼ ਕਰੋ ਆਪਾਂ ਇੱਕ ਨੌਲੇਜ ਹੈ, ਇੱਕ ਨੌਲੇਜ ਦੀ ਗੱਲ ਕਰਦੇ ਆ, ਹੈ ਨਾ. ਨੌਲੇਜ ਦੇ ਨਾਲ ਕੈਂਡੀਡੇਟਸ ਕੀ ਲਾ ਦਿੰਦੇ ਆ? ਇਨਕਰੀਜ਼ ਲਗਾ ਦਿੰਦੇ ਆ. ਇਨਕਰੀਜ਼ ਵਰਡ ਕੀ ਆ ਆਪਣੇ ਕੋਲੇ? ਕਾਊਂਟੇਬਲ ਵਰਡ ਹੈ. ਇਹਦੇ ਨਾਲ ਕਿਹੜਾ ਵਰਡ ਆਊਗਾ? ਇਨਹੈਂਸ. ਹੁਣ ਤੁਸੀਂ ਐਂ ਦੇਖੋ ਕਿ ਮਤਲਬ ਸਟੂਡੈਂਟ ਕਹਿੰਦੇ ਆ ਕਿ ਮੈਮ ਦੋਨਾਂ ਦਾ ਮੀਨਿੰਗ ਸੇਮ ਹੈ. ਇਨਹੈਂਸ ਦਾ ਮੀਨਿੰਗ ਵੀ ਇਨਕਰੀਜ਼ ਕਰਨਾ ਤੇ ਇਨਕਰੀਜ਼ ਦਾ ਮਤਲਬ ਵੀ ਹੈਗਾ ਹੈ ਕਿ ਵਧਾਉਣਾ ਹੈ. ਪਰ ਜਿਹੜੀ ਨੌਲੇਜ ਹੈ ਕਿ ਤੁਸੀਂ ਸੋਚੋ ਕਿ ਆਪਾਂ ਉਹਨੂੰ ਕਾਊਂਟ ਕਰ ਸਕਦੇ ਹਾਂ. ਕਾਊਂਟ ਇਨ ਦਾ ਸੈਂਸ ਵੀ ਉਹਨੂੰ ਗਿਣ ਸਕਦੇ ਹਾਂ. ਇੱਕ ਨੌਲੇਜ, ਦੋ ਨੌਲੇਜ, ਤਿੰਨ ਨੌਲੇਜ, ਕੀ ਆਪਾਂ ਇੱਦਾਂ ਕਾਊਂਟ ਕਰ ਸਕਦੇ ਹਾਂ? ਨਹੀਂ ਕਰ ਸਕਦੇ ਨਾ. ਸੋ ਦੈਟਸ ਵਾਈ ਫਿਰ ਉੱਥੇ ਕੀ ਆਊਗਾ? ਇਨਹੈਂਸ ਨੌਲੇਜ ਹੁੰਦੀ ਹੈ, ਨਾ ਕਿ ਇਨਕਰੀਜ਼ ਨੌਲੇਜ ਹੁੰਦੀ ਹੈ. ਉਸੇ ਤਰੀਕੇ ਦੇ ਨਾਲ ਸਿੰਸ ਚਾਈਲਡਹੁੱਡ ਹੁੰਦਾ ਨਾ ਕਿ ਫਰੋਮ ਚਾਈਲਡਹੁੱਡ ਔਰ ਇਨ ਚਾਈਲਡਹੁੱਡ. ਇਟ ਇਜ਼ ਵੈਰੀ common mistake. That's why examiner always deduct your marks in the grammatical portions. So examiner ਤੁਹਾਨੂੰ question ਕਰੂਗਾ, ਜਿਵੇਂ suppose ਕਰੋ do you play with the toys? Yes, I play with the toys. Did you play with the toys in your childhood? ਤਾਂ ਐਗਜ਼ਾਮੀਨਰ ਜਾਣ ਕੇ ਉੱਥੇ ਇਨ ਬੋਲਦਾ ਬਟ ਤੁਸੀਂ ਉਹਦਾ ਫੋਲੋ, ਉਹਦੇ ਜਿਹੜੇ ਫੁੱਟਪ੍ਰਿੰਟਸ ਆ ਉਹੀ ਫੋਲੋ ਕਰੀ ਜਾਂਦੇ ਹੋ. ਤਾਂ ਤੁਹਾਨੂੰ ਕਿਵੇਂ ਯੂਜ਼ ਕਰਨਾ ਚਾਹੀਦਾ? ਪਹਿਲਾਂ ਤੁਸੀਂ ਪੈਰਾਫਰੇਜ਼ ਕਰੋ. ਯੈਸ, toys were used by me in order to play since my childhood. ਟੋਇਜ਼ हैं ਜਿਹੜੇ ਮੇਰੇ ਲਈ ਮੇਰੇ ਦੁਆਰਾ ਮਤਲਬ ਯੂਜ਼ ਕੀਤੇ ਜਾਂਦੇ ਸੀਗੇ ਪਲੇ ਕਰਨ ਵਾਸਤੇ ਮੇਰੇ ਚਾਈਲਡਹੁੱਡ ਦੇ ਵਿੱਚ. ਜਦੋਂ ਆਪਾਂ ਕਹਿੰਦੇ ਹਾਂ ਮੈਂ ਆਪਣੇ ਚਾਈਲਡਹੁੱਡ ਤੋਂ ਐਂ ਕਰ ਰਹੀ ਹਾਂ, ਮੈਂ ਆਪਣੇ ਚਾਈਲਡਹੁੱਡ ਤੋਂ ਐਂ ਕਰ ਰਹੀ ਹਾਂ. ਜਿਵੇਂ ਇੰਗਲਿਸ਼ ਆਪਾਂ ਆਪਣੇ ਬਚਪਨ ਤੋਂ ਪੜ੍ਹਦੇ ਆ ਰਹੇ ਹਾਂ, ਕੀ ਆਊਗਾ? ਆਈ ਹੈਵ ਬੀਨ ਲਰਨਿੰਗ ਇੰਗਲਿਸ਼ ਸਿੰਸ ਮਾਈ ਚਾਈਲਡਹੁੱਡ. ਜਦੋਂ ਐਗਜ਼ਾਮੀਨਰ ਤੁਹਾਨੂੰ ਕੁਐਸਚਨ ਕਰਦਾ ਹਾਊ ਲੌਂਗ ਹੈਵ ਯੂ ਬੀਨ ਲਿਵਿੰਗ ਦੇਅਰ ਵੇਅਰ ਯੂ ਆਰ ਲਿਵਿੰਗ, ਤਾਂ ਤੁਸੀਂ ਕੀ ਕਹਿਣਾ? ਆਈ ਹੈਵ ਬੀਨ ਲਿਵਿੰਗ ਦੇਅਰ ਸਿੰਸ ਮਾਈ ਚਾਈਲਡਹੁੱਡ. ਮੈਂ ਆਪਣੇ ਬਚਪਨ ਤੋਂ ਇੱਥੇ ਰਹਿ ਰਿਹਾ ਹਾਂ. ਜਦੋਂ ਆਪਾਂ ਬਚਪਨ ਤੋਂ ਕਿਤੇ ਵੀ ਕੋਈ ਕੰਮ ਕਰਦੇ ਹਾਂ ਜਾਂ ਕਿਤੇ ਵੀ ਆਪਾਂ ਰਹਿੰਦੇ ਹੁੰਦੇ ਹਾਂ ਉੱਥੇ ਕੀ ਆਉਂਦਾ ਹੁੰਦਾ? ਆਪਣੇ ਕੋਲੇ ਸਿੰਸ ਆਉਂਦਾ. ਹੁਣ ਅੱਜ ਤੋਂ ਬਾਅਦ ਤੁਸੀਂ ਕਦੇ ਵੀ ਚਾਈਲਡਹੁੱਡ ਦੇ ਨਾਲ ਇਨ ਚਾਈਲਡਹੁੱਡ, ਵੈਨ ਆਈ ਵਾਜ਼ ਚਾਈਲਡ, ਇੱਦਾਂ ਦੀਆਂ ਗੱਲਾਂ ਨਹੀਂ ਕਰਨੀਆਂ. ਤੁਸੀਂ ਇੱਕ ਪ੍ਰੈਪੋਜੀਸ਼ਨ ਯੂਜ਼ ਕਰਨਾ ਦੈਟ ਇਜ਼ ਪ੍ਰੋਪਰਲੀ ਐਪਰੋਪਰੀਏਟ ਫॉर द ਚਾਈਲਡਹੁੱਡ, ਜਿਹੜਾ ਕੀ ਆਪਣੇ ਕੋਲੇ ਸਿੰਸ ਹੈ. ਹੁਣ ਮੈਨੂੰ ਲੱਗਦਾ ਨਹੀਂ ਕਿ ਕਦੇ ਵੀ ਕੋਈ ਪ੍ਰੋਬਲਮ ਹੋਊਗੀ ਇਸ ਰਿਗਾਰਡਿੰਗ.
ਨੈਕਸਟ ਜਿਹੜਾ ਪੁਆਇੰਟ ਆ ਜਾਂਦਾ ਹੈ ਉਹ ਆ ਜਾਂਦਾ ਹੈ ਐਟ ਵਾਲਾ ਕੰਸੈਪਟ। ਐਟ ਦੇ ਵਿੱਚ ਮੋਸਟਲੀ ਕੈਂਡੀਡੇਟਸ ਬਹੁਤ ਕਨਫਿਊਜ਼ ਹੁੰਦੇ ਆ, ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਇਨ ਯੂਜ਼ ਕਰਨਾ ਹੈ ਕਿ ਐਟ ਯੂਜ਼ ਕਰਨਾ ਹੈ। ਜਦੋਂ ਆਪਾਂ ਮਾਰਨਿੰਗ ਔਰ ਈਵਨਿੰਗ ਔਰ ਆਫਟਰਨੂਨ ਦਾ ਟਾਈਮ ਲਗਾਉਂਦੇ ਆ ਉੱਥੇ ਆਪਣੇ ਕੋਲੇ ਇਨ ਵਰਡ ਯੂਜ਼ ਹੁੰਦਾ, ਬਟ ਜਦੋਂ ਆਪਾਂ ਨਾਈਟ ਦਾ ਪੋਰਸ਼ਨ ਯੂਜ਼ ਕਰਦੇ ਆ ਉੱਥੇ ਆਪਣੇ ਕੋਲੇ ਐਟ ਵਰਡ ਹੁੰਦਾ। ਵਾਈ ਵੀ ਸ਼ੁੱਡ ਗੋ ਵਿਦ ਐਟ? ਕਿਉਂਕਿ ਤੁਸੀਂ ਐ ਦੇਖੋ ਮਾਰਨਿੰਗ ਟਾਈਮ ਇੱਕ ਫਿਕਸ ਟਾਈਮ ਹੈ ਜਿਹਦੇ ਵਿੱਚ ਆਪਾਂ ਕੰਪਲੀਟ ਕਰਦੇ ਆ, ਈਵਨਿੰਗ ਟਾਈਮ ਵੀ ਆਪਣੇ ਕੋਲੇ ਸਮॉल ਪੀਰੀਅਡ ਆਫ ਟਾਈਮ ਹੈ, ਇੱਕ ਛੋਟਾ ਜਿਹਾ ਸਪੈਨ ਹੈ ਜਿਹਦੇ ਵਿੱਚ ਆਪਾਂ ਕੁਝ ਇੰਪਲੀਮੈਂਟ ਕਰਦੇ ਹਾਂ। ਆਫਟਰਨੂਨ ਟਾਈਮ ਵੀ ਆਪਣੇ ਕੋਲੇ ਇੱਕ ਸਪੈਨ ਹੈ ਇਨ ਵਿਚ ਵੀ ਡੂ ਸਮਥਿੰਗ ਇਨ ਦਾ ਟਾਈਮ ਪੀਰੀਅਡ ਦੈਟ ਕੈਨ ਬੀ ਹੈਂਡਲ ਆਊਟ, ਹੈ ਨਾ। ਤਾਂ ਉਹਦੇ ਵਿੱਚ ਕੀ ਹੁੰਦਾ ਆਪਣੇ ਕੋਲੇ ਇਨ ਆਉਂਦਾ, ਬਟ ਜਿਹੜਾ ਐਟ ਪੋਰਸ਼ਨ ਹੈ ਉਹ ਨਾਈਟ ਨਾਲ ਤਾਂ ਹੁੰਦਾ ਹੈ ਬਿਕੋਜ਼ ਨਾਈਟ ਇਜ਼ ਟੂ ਲੌਂਗ, ਦੈਨ ਆਫਟਰ ਦੈਟ ਮਿਡਨਾਈਟ, in the starting of night, initial portion, end portion, ਤਾਂ ਉਹਦੇ ਵਿੱਚ ਕੀ ਆਉਂਦਾ ਆਪਣੇ ਕੋਲੇ ਨਾਈਟ ਬਹੁਤ ਲੰਬੀ ਹੁੰਦੀ ਆ, ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਸਟਾਰਟਿੰਗ ਆਫ ਦ ਨਾਈਟ, ਐਂਡ ਆਫ ਦ ਨਾਈਟ, ਮਿਡਲ ਆਫ ਦ ਨਾਈਟ, ਮਿਡ ਨਾਈਟ, ਠੀਕ ਹੈ। ਤਾਂ ਉੱਥੇ ਕੀ ਆਊਗਾ ਆਪਣੇ ਕੋਲੇ ਐਟ ਵਾਲਾ ਕੰਸੈਪਟ ਆਉਂਦਾ। ਜਿਵੇਂ ਸਪੋਜ਼ ਕਰੋ ਕਈ ਬੱਚੇ ਯੂਜ਼ ਕਰਦੇ ਆ ਹੋਮ ਤੇ ਹਾਊਸ ਤੇ ਹੋਮ, ਹੁਣ ਤੁਸੀਂ ਐਂ ਦੇਖੋ ਉਹਦੇ ਨਾਲ ਕੀ ਆਉਂਦਾ ਐਟ ਵੀ ਆਉਂਦਾ ਇਨ ਵੀ ਆਉਂਦਾ। ਇਨ ਤੇ ਐਟ ਦੇ ਵਿੱਚ ਕੀ ਡਿਫਰੈਂਸ ਹੈ? ਆਈ ਲਿਵ ਐਟ ਮਾਈ ਹੋਮ, ਠੀਕ ਹੈ, ਐਟ ਮਾਈ ਹੋਮ ਅ ਲੋਟ ਆਫ ਟੋਇਜ਼ ਆਰ ਪ੍ਰੈਜ਼ੈਂਟ। ਐਟ ਕਿਉਂ ਲਗਾਉਂਦੇ ਆ? ਕਿਉਂਕਿ ਜਦੋਂ ਆਪਾਂ ਇੱਕ ਹਾਊਸ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਆ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਆਪਾਂ ਕਿਹੜੇ ਰੂਮ ਦੇ ਵਿੱਚ ਪ੍ਰੈਜ਼ੈਂਟ ਆ। ਹਾਊਸ ਤਾਂ ਇੰਨਾ ਵੱਡਾ ਹੁੰਦਾ ਹੈ, ਠੀਕ ਹੈ। ਇਨ ਦਾ ਹਾਊਸ ਵੀ ਹੈਵ ਡਰਾਇੰਗ ਰੂਮ, ਬੈਡਰੂਮ, ਕਿਚਨ, ਲਾਉਂਡਰੀ ਐਂਡ ਆਲਸੋ ਪਾਰਕ, some of the pounds also and balcony section also। ਤਾਂ ਇਦਾਂ ਦੇ ਜਿਹੜੇ ਪੋਰਸ਼ਨਸ ਆਪਣੇ ਕੋਲੇ ਹੁੰਦੇ ਆ ਤਾਂ ਉਹਦੇ ਆਪਾਂ ਇਰਦ ਗਿਰਦ ਹੁੰਦੇ ਆ। ਵੀ ਆਰ ਨਾਟ ਇੰਡਲਜ ਇਨ ਦਾ ਟਰਮ, ਸੋ ਦੈਟਸ ਵਾਈ ਉੱਥੇ ਕੀ ਯੂਜ਼ ਹੁੰਦਾ ਆਪਣੇ ਕੋਲੇ ਐਟ ਵਰਡ ਯੂਜ਼ ਹੁੰਦਾ। ਨਾਈਟ ਨਾਲ ਵੀ ਹਮੇਸ਼ਾ ਐਟ ਆਉਂਦਾ ਆਲਮੋਸਟ, ਮਤਲਬ ਨਾਈਟ ਦੇ ਰਿਲੇਟਡ ਜਿਵੇਂ ਡ੍ਰੀਮਸ ਵਾਲਾ ਕੁਐਸਚਨ ਹੈ, ਡੂ ਯੂ ਟੇਕ ਦ ਡ੍ਰੀਮ ਐਟ ਨਾਈਟ, ਤਾਂ ਮੋਸਟ ਆਫ ਦ ਸਟੂਡੈਂਟ ਕੀ ਕਰਦੇ ਆ, ਆਈ ਟੇਕ ਡ੍ਰੀਮ ਇਨ ਦਾ ਨਾਈਟ। ਇਨ ਦਾ ਨਾਈਟ ਨਹੀਂ ਹੁੰਦਾ, ਐਟ ਨਾਈਟ ਹੁੰਦਾ। ਸੋ ਇਸ ਤਰੀਕੇ ਦੇ ਨਾਲ ਜਿਹੜਾ ਐਟ ਦਾ ਕੰਸੈਪਟ ਹੈ ਉਹ ਉੱਥੇ ਹੁੰਦਾ ਜਿਹਦੇ ਵਿੱਚ ਆਪਾਂ ਚੀਜ਼ ਦੇ ਵਿੱਚ ਹੁੰਦੇ ਆ, ਬਟ ਆਪਾਂ ਪ੍ਰੋਪਰਲੀ ਕਿਸੇ ਚੀਜ਼ ਦੇ ਵਿੱਚ ਇੰਡਲਜ ਨਹੀਂ ਹੁੰਦੇ। ਸਪੋਜ਼ ਕਰੋ ਮੈਂ ਇੱਕ ਰੂਮ ਦੇ ਵਿੱਚ ਆ ਤਾਂ ਕੀ ਆਊਗਾ, ਆਈ ਐਮ ਇਨ ਦਾ ਰੂਮ। ਬਟ ਜੇ ਮੈਂ ਕਹਾਂ ਕਿ ਮੈਂ ਇੱਕ ਇੰਸਟੀਟਿਊਟ ਦੇ ਵਿੱਚ ਆ ਤਾਂ ਫਿਰ ਕੀ ਆਊਗਾ, ਆਈ ਐਮ ਐਟ ਇੰਸਟੀਟਿਊਟ। ਵਾਈ? ਬਿਕੋਜ਼ ਆਪਾਂ ਉਹਦੇ ਇਰਦ ਗਿਰਦ ਆ, ਆਪਾਂ ਉਹਦੇ ਇਨ ਬਿਟਵੀਨ ਦੇ ਵਿੱਚ ਬਿਲਕੁਲ ਵੀ ਨਹੀਂ ਹੈਗੇ, ਸੋ ਤਾਂ ਕਰਕੇ ਉੱਥੇ ਕੀ ਆਉਂਦਾ, ਐਟ ਆਉਂਦਾ। ਨੈਕਸਟ ਜਿਹੜਾ ਵਰਡ ਹੈ ਉਹ ਬਹੁਤ ਇੰਪੋਰਟੈਂਟ ਹੈ, ਦੈਟ ਇਜ਼ ਨੋਨ ਐਜ਼ ਅ ਸਿੰਗੂਲਰ। ਮੋਸਟ ਆਫ ਦਾ ਕੈਂਡੀਡੇਟ ਕੀ ਕਰਦੇ ਆ, ਜਿਹੜੇ ਸਿੰਗੂਲਰ ਵਰਡਸ ਆ ਉਹਨਾਂ ਨਾਲ ਐਸ ਔਰ ਈਐਸ ਨਹੀਂ ਲਾਉਂਦੇ, ਤੇ ਉਹ ਬਹੁਤ ਸਾਰੀਆਂ ਮਿਸਟੇਕਸ ਹੈ ਰਾਈਟਿੰਗ 'ਚ ਵੀ ਦੇਖੀਆਂ ਜਾਂਦੀਆਂ ਤੇ ਸਪੀਕਿੰਗ ਵਿੱਚ ਵੀ ਦੇਖੀਆਂ ਜਾਂਦੀਆਂ। ਲਿਸਨ ਵੈਰੀ ਵੈਰੀ ਕੇਅਰਫੁਲੀ ਐਂਡ ਬੀ ਕੌਨਸ਼ੀਅਸ ਰਿਗਾਰਡਿੰਗ ਦੀਸ ਟਾਈਪ ਆਫ ਐਰਰਸ, ਬਿਕੋਜ਼ ਜਿੰਨੇ ਵੀ ਮੇਰੇ ਕੋਲੇ ਕੈਂਡੀਡੇਟਸ ਸਟੱਡੀ ਕਰਨ ਲਈ ਆਉਂਦੇ ਆ ਆਨਲਾਈਨ ਆਫਲਾਈਨ, ਹੈ ਨਾ, ਜਿੰਨੇ ਵੀ ਸਟੂਡੈਂਟਸ ਨੂੰ ਮੈਂ ਪੜ੍ਹਾਇਆ ਆਲਮੋਸਟ ਸਾਰੇ ਸਟੂਡੈਂਟਸ ਦੀ ਇਹ ਕਾਮਨ ਮਿਸਟੇਕ ਆ। So be conscious if you want to get your desirable band score, if you want to complete your target 777/8, be conscious regarding these terms because these are very very important। ਸੋ ਇਸ ਤਰੀਕੇ ਦੇ ਨਾਲ ਜਿਹੜਾ ਸਿੰਗੂਲਰ ਪੋਰਸ਼ਨ ਹੈ ਉਹਦੇ ਨਾਲ ਐਸ ਔਰ ਈਐਸ ਨਹੀਂ ਲਾਉਂਦੇ। ਕਦੋਂ ਨਹੀਂ ਲਾਉਂਦੇ? ਜਦੋਂ ਉਹ ਵੈਨ ਦੇ ਯੂਜ਼ ਦਾ ਇਟ ਐਟ that time they do not go with the first form of verb ਐਸ ਔਰ ਈਐਸ। ਸਪੋਜ਼ ਕਰੋ ਜਿਵੇਂ ਆਪਾਂ ਕਹਿ ਦਈਏ ਵੀ ਇੰਟਰਨੈਟ ਦੀ ਗੱਲ ਚੱਲ ਰਹੀ ਹੈ ਤਾਂ ਇਟ ਲਗਾ ਕੇ ਇਟ ਹੈਲਪ ਲਗਾ ਦਿੰਦੇ ਆ, ਜਦ ਕਿ ਕੀ ਆਊਗਾ, ਇਟ ਹੈਲਪਸ। ਜਿਵੇਂ ਆਪਾਂ ਕਹਿ ਦਈਏ ਕਿ ਇੰਟਰਨੈਟ ਹੈ, ਦੈਟ ਇਜ਼ ਨੋਨ ਐਜ਼ ਅ ਸਿੰਗੂਲਰ। ਹੁਣ ਇੰਟਰਨੈਟ ਨਾਲ ਆਪਾਂ ਜਦੋਂ ਆਬਜੈਕਟ ਪੋਰਸ਼ਨ ਲਾਉਨੇ ਆ ਤਾਂ ਕੀ ਹੁੰਦਾ, ਇੰਟਰਨੈਟ ਇਜ਼ ਬੀਇੰਗ ਯੂਜ਼ਡ ਬਾਈ ਦ ਪੀਪਲ ਇਨ ਦ ਪ੍ਰੈਜ਼ੈਂਟ ਸਿਨੈਰੀਓ, ਨਾਟ ਓਨਲੀ ਐਕੈਡੈਮਿਕਲੀ ਬਟ ਆਲਸੋ ਪਰਸਨਲੀ ਐਜ਼ ਵੈਲ ਐਜ਼ ਪ੍ਰੋਫੈਸ਼ਨਲੀ। ਜਦੋਂ ਇੰਟਰਨੈਟ ਯੂਜ਼ ਕੀਤਾ ਇਨ ਦ ਪੈਸਿਵ, ਵੀ always aware that internet is a singular, but when we use the internet as a command of verb, ਆਪਾਂ ਜਦੋਂ ਉਹਦੇ ਤੋਂ ਕਰਤਾ ਧਰਤਾ ਉਹਨੂੰ ਸਬਜੈਕਟ ਬਣਾ ਦਿੰਦੇ ਆ ਇੰਟਰਨੈਟ ਨੂੰ, at that time we do not use anything, we do not use ਐਸ ਔਰ ਈ ਐਸ। ਲਾਈਕ ਆਪਾਂ ਕਹਿ ਦਈਏ ਇੰਟਰਨੈਟ ਹੈ ਸਾਡੀ ਹੈਲਪ ਕਰਦਾ ਹੈ ਆਪਣੇ ਕੁਐਰੀਜ਼ ਨੂੰ ਫਾਈਂਡ ਆਊਟ ਕਰਨ ਲਈ, ਦੈਟ ਵੀ ਹੈਵ ਇਨ ਆਰ ਐਕੈਡੈਮਿਕਸ ਐਂਡ ਪਰਸਨਲ ਐਜ਼ ਵੈਲ ਐਜ਼ ਇਨ ਸਮ ਆਫ ਦ ਪ੍ਰੋਫੈਸ਼ਨਲ ਟਰਮਸ ਦੇ ਵਿੱਚ ਕੋਈ ਐਰਰ ਹੁੰਦਾ, ਕੋਈ ਡਾਊਟ ਹੁੰਦਾ ਤਾਂ ਉਸ ਟਾਈਮ ਤੇ ਤਾਂ ਫਿਰ ਕੀ ਆਊਗਾ, ਇੰਟਰਨੈਟ ਹੈਲਪ ਨਹੀਂ ਆਊਗਾ, ਇੰਟਰਨੈਟ ਹੈਲਪਸ ਆਊਗਾ। ਇੱਕ ਤਾਂ ਇਹ ਵਾਲੀ ਕਾਮਨ ਮਿਸਟੇਕ ਹੈ। ਹੋਰ ਸਿੰਗੂਲਰ ਕਿੱਥੇ ਗਲਤ ਹੁੰਦਾ? ਹੋਰ ਸਿੰਗੂਲਰ ਗਲਤ ਜਿਹੜਾ ਕੈਂਡੀਡੇਟਸ ਦਾ ਹੁੰਦਾ ਉਹ ਹੁੰਦਾ ਜਦੋਂ ਉਹ ਯੂਜ਼ ਕਰਦੇ ਆ ਕੋਈ ਐਗਜ਼ਾਮਪਲ, ਵੈਨ ਦੇ ਗਿਵ ਦਾ ਐਗਜ਼ਾਮਪਲ, ਜਦੋਂ ਉਹ ਕੋਈ ਐਗਜ਼ਾਮਪਲ ਦਿੰਦੇ ਆ ਉਸ ਟਾਈਮ ਤੇ ਉਹ ਪਰਸਨ ਵਰਡ ਯੂਜ਼ ਕਰਦੇ ਆ। ਪਰਸਨ ਇੱਕ ਬੰਦਾ ਹੁੰਦਾ ਤਾਂ ਪਰਸਨ ਦੇ ਨਾਲ ਕੀ ਲੱਗਦਾ ਆਪਣੇ ਕੋਲੇ, ਐਸ ਔਰ ਈ ਐਸ ਲੱਗਦਾ। ਇਸੇ ਤਰੀਕੇ ਦੇ ਨਾਲ ਆਪਣੇ ਕੋਲੇ everyone ਹੁੰਦਾ, everybody or everyone, that is also a singular, so we should go with s or es।
with a person and everybody, everyone, everybody and person, a person लगदा है, नाले person नू कल्ला यूज कर दिंदे आ, उत्थे की आऊगा a person, ठीक है। तो person दे कोले a person has a many responsibilities, ठीक है। तो जिमें आपां वर्ब दी फर्स्ट फॉर्म लावांगे उत्थे एस और ई एस लगाउणा ना भुल्लिओ, जिहदे नाल तुहाडे बैंड स्कोर ऑलमोस्ट डिडक्ट हुंदे आ वैन यू कमिट दीज टाइप ऑफ सिली मिस्टेक। इन स्पाइट ऑफ हैविंग अ गुड कंडीशंस लाइक गुड परफॉर्मेंसेस, कैंडिडेट्स कहंदे आ कि we are very fluent in English and we are very also good, we have a good command in the writing, so why ma'am we have conducted a very low score। so ਇੱਥੇ ਜਿਹੜੀ ਆ common mistakes हैं ਜਿਹੜੀਆਂ ਇੱਕ 6th 7th ਦੇ candidates ਨੂੰ ਵੀ नहीं ਹੁੰਦੀਆਂ, ਉਹ ਵੀ ਮਤਲਬ ਕੌਨਸ਼ੀਅਸ ਹੁੰਦਾ ਹੈ ਇਹਨਾਂ ਦੇ ਟੁਵਰਡਸ। ਸੋ ਆਪਾਂ ਇਹਨਾਂ ਚੀਜ਼ਾਂ ਨੂੰ ਇਗਨੋਰ ਕਰ ਦਿੰਦੇ ਹਾਂ, ਦੈਟਸ ਵਾਈ ਵੀ ਡਿਡਕਟ ਆਰ ਸਕੋਰਸ। ਸੋ ਬੀ ਕੌਨਸ਼ੀਅਸ। ਇਸੇ ਤਰੀਕੇ ਦੇ ਨਾਲ ਐਸ ਔਰ ਈ ਐਸ ਦਾ ਕੰਸੈਪਟ ਸੀਗਾ, ਤੇ ਇਹਦੇ ਨਾਲ ਹੀ ਆਪਾਂ ਹੈਜ਼ ਔਰ ਹੈਵ ਦਾ ਕੰਸੈਪਟ ਯੂਜ਼ ਕਰਦੇ ਹਾਂ ਬੇਟਾ। ਹੈਜ਼ ਔਰ ਹੈਵ ਦੇ ਵਿੱਚ ਕੀ ਹੁੰਦਾ ਹੈ, ਕੋਲੇ ਵਾਲੀ ਸੈਂਸ ਲਗਾਉਣੀ ਆ। ਜਦੋਂ ਆਪਾਂ ਪਰਸਨ ਯੂਜ਼ ਕੀਤਾ ਤਾਂ ਤੁਸੀਂ ਹੈਵ ਲਗਾ ਦਿੰਦੇ ਹੋ, ਉਹਦੇ ਨਾਲ ਕੀ ਲੱਗਣਾ ਸੀ, ਹੈਜ਼ ਲੱਗਣਾ ਸੀਗਾ। ਇਹ ਤਾਂ ਸੀਗੀਆਂ ਕਾਮਨ ਰਾਈਟਿੰਗ ਔਰ ਸਪੀਕਿੰਗ ਦੀਆਂ ਮਿਸਟੇਕਸ। ਇੱਕ ਜਿਹੜੀ ਸਪੀਕਿੰਗ ਦੇ ਕਿਊ ਕਾਰਡ ਦੀ ਬਹੁਤ ਵੱਡੀ ਮਿਸਟੇਕ ਹੈ ਜਿਹੜੀ ਆਲਮੋਸਟ ਸਾਰੇ ਕੈਂਡੀਡੇਟਸ ਦੀ ਹੁੰਦੀ ਹੈ, ਉਹ ਹੈ ਜਦੋਂ ਆਪਾਂ ਨੂੰ ਕਿਊ ਕਾਰਡ ਇੱਕ ਪਰਸਨ ਦੇ ਰਿਲੇਟਿਡ ਆ ਜਾਂਦਾ ਹੈ, ਜਿਵੇਂ ਕੰਟਰੀਬਿਊਟ ਕਰਦਾ ਇੱਕ ਪਰਸਨ, ਠੀਕ ਹੈ, ਉਹਦੇ ਰਿਲੇਟਿਡ ਜਦੋਂ ਆਪਾਂ ਨੂੰ ਕਿਊ ਕਾਰਡ ਆ ਜਾਂਦਾ ਹੈ ਐਟ ਦੈਟ ਟਾਈਮ ਆਲ ਕੈਂਡੀਡੇਟਸ ਗੋ ਵਿਦ ਦ ਫਸਟ ਫਾਰਮ। ਅਦਰਵਾਈਜ਼ ਉਹਨਾਂ ਨੂੰ ਕਿਹਦੇ ਨਾਲ ਜਾਣਾ ਚਾਹੀਦਾ, ਫਸਟ ਫਾਰਮ ਦੇ ਨਾਲ ਐਸ ਔਰ ਈ ਐਸ ਲਾਉਣਾ ਚਾਹੀਦਾ। ਜਦੋਂ ਆਪਾਂ ਪਰਸਨ ਨੂੰ ਯੂਜ਼ ਕਰਦੇ ਹਾਂ, ਫਸਟਲੀ ਜਿਹੜਾ ਕਾਮਨ ਮਿਸਟੇਕ ਹੈ ਉਹ ਹੈ ਹੀ ਔਰ ਸ਼ੀ ਦੇ ਵਿੱਚ, ਦੇ ਆਲਵੇਜ਼ ਕਨਫਿਊਜ਼ਡ। ਤਾਂ ਮੇਰੀ ਇੱਕ ਰეკਮੈਂਡੇਸ਼ਨ ਹੈ ਆਲ ਕੈਂਡੀਡੇਟਸ ਨੂੰ ਕਿ ਜਦੋਂ ਤੁਸੀਂ ਕਿਊ ਕਾਰਡ ਨੂੰ ਅਪਲਾਈ ਕਰਦੇ ਹੋ, ਜਦੋਂ ਤੁਸੀਂ ਇੱਕ ਕਿਊ ਕਾਰਡ ਨੂੰ ਬਣਾਉਂਦੇ ਹੋ ਪਰਸਨ ਦੇ ਰਿਲੇਟਿਡ, ਯੂ ਸ਼ੁੱਡ ਗੋ ਵਿਦ ਵਨ ਪਰਸਨ। ਲਾਈਕ ਤੁਹਾਨੂੰ ਚੂਜ਼ ਕਰਨਾ ਚਾਹੀਦਾ ਇੱਕ ਜੈਂਡਰ, ਫੀਮੇਲ ਔਰ ਮੇਲ ਫॉर ऑल द क्यू कार्ड्स, सो दैट यू डू नॉट कन्फ्यूज। या तो ग्रैंड मदर ਨੂੰ ਲੈ ਲਓ ਜਾਂ ग्रैंड फादर ਨੂੰ ਲੈ ਲਓ, ਉਸ ਤੋਂ ਬਾਅਦ ਉਹਨੂੰ ਮਦਰ 'ਚ ਚੇਂਜ ਕਰ ਦਿਓ, ਉਸ ਤੋਂ ਬਾਅਦ ਕੋਈ ਫੇਮਸ ਸੈਲੀਬ੍ਰਿਟੀ ਹੈ ਉੱਥੋਂ ਫੀਮੇਲ ਨੂੰ ਚੱਕ ਲਓ। ਤਾਂ ਫੀਮੇਲ ਔਰ ਮੇਲ ਦੀਆਂ ਜਿਹੜੀਆਂ ਆਪਾਂ ਯੂਜ਼ ਕਰਦੇ ਹਾਂ ਵੇਰੀਏਸ਼ਨਸ, ਤਾਂ ਉਹਨਾਂ ਦੇ ਵਿੱਚ ਤੁਸੀਂ ਇੱਕ ਦੇ ਨਾਲ ਜਾਣਾ ਚਾਹੀਦਾ, ਸੋ दैट यू डोंट कन्फ्यूज विद ही और शी। पहला पॉइंट। सैकेंड पॉइंट ये है कि जो ही और शी का कोई परसन का फॉर्मेट आ जाता थोड़ा क्यू कार्ड के एस और ई एस नहीं ला सकते, लाते है तो की कमेंट जिमें आप ग्रैंड मदर की गल करिए, ऑलमोस्ट कहते ही होने हो कि मेरी ग्रैंड मदर है, मैनू अंडरस्टैंड करती है, माई ग्रैंड मदर अंडरस्टैंड्स मी अलॉट, शी हेल्प्स मी अलॉट, शी बिलीव्स मी अलॉट एंड शी ऑलवेज गाइड्स मी अलॉट। तुसी की करते हो, शी गाइड मी, शी हेल्प मी, शी बिलीव मी, ठीक है। सो इदां दियां जिहड़ियां कॉमन मिस्टेक्स हैं तुसी कमिट करते हो, इसे तरीके दे नाल तुहाडे जिहड़े मार्क्स हैं वो डिडक्ट हो जाते हैं, जिहड़े तुहानूं पता ही नहीं लगता कि की मिस्टेक्स कीतियां तुसी ते किस तरीके दे नाल तुहाडा जिहड़ा मार्क्स वाला पोर्शन है वो डिडक्शन पोर्शन दे विच चला जाता है। ये वाली मिस्टेक बहुत कॉमन है। एक होर मिस्टेक है जिमें ही दी बिलोंगिंग्स हिज नाल लगदी है, शी दी बिलोंगिंग हर नाल लगदी है, इहदा ऑब्जेक्ट हिम हुंदा है एंड इहदा ऑब्जेक्ट की हुंदा अपने कोले हर वाले सैक्शन दे विच हुंदा, बट हम आपां हमेशा मिस्टेक कर दिंदे आ, गड़बड़। शी दे नाल हिम लगा दिंदे आ, हिज लगा दिंदे आ, ठीक है, तो जिहड़ा ही वाला पोर्शन है उहदे नाल हर लगा दिंदे आ, दैट इज़ टोटली रॉन्ग। सो बी कॉन्शियस, प्रैक्टिस करो, प्रैक्टिस दे नाल ये चीज़ां सारियां मिटिगेट हो जांदियां। तुसी वन बाय वन जिवें मैं तुहानूं सैक्शन बना के अज एरर्स डिडक्ट करवा रही हाँ, उवें तुसी वन बाय वन है ना एक दिन दे विच तुसी 2 एरर्स नूं डिडक्ट करना स्टार्ट करो राजे। डेफिनेटली देखो कितना ज़्यादा यू कैन नरिश, you can add some of the nourishment in your language skill, in your communication skills। ਤੁਸੀਂ ਆ ਦੇਖੋ ਇੱਕ ਨਖਾਰ ਤੁਹਾਡੀ ਲੈਂਗੁਏਜ ਦੇ ਵਿੱਚ ਤਾਂ ਹੀ ਹੋਊਗਾ when you work out on your errors। ਕਾਮਨ ਮਿਸਟੇਕ ਸੀਗੀਆਂ, ਇਹਨਾਂ ਨੂੰ ਆਪਾਂ ਡਿਸਕਸ ਕੀਤਾ 4 ਮਿਸਟੇਕ ਨੂੰ। one by one you should go with the one mistake and you should work out for the one day on one mistake। ਇੱਕ ਮਿਸਟੇਕ ਤੇ ਤੁਹਾਨੂੰ 1 day ਲੈਣਾ ਚਾਹੀਦਾ so that you can practice more and you can implement all the portions, ठीक है। एंड एरर जिहड़ियां डिडक्ट जिहड़ा एरर पोर्शन है वो डिडक्ट हो सकता है इस तरीके दे नाल एंड डेफिनेटली थोड़ा जिहड़ा स्कोर है वो प्रॉपरली करैक्शन पोर्शन दे विच चला जाऊगा। इन द ग्रामेटिकल सैक्शन यू कैन टेक 8+9+8+7+ बैंड स्कोर्स। सो अगे है विदाउट हैल्पिंग वर्ब, नॉट यूज़ करते हैं सम ऑफ द कैंडीडेट्स हैल्पिंग वर्ब के नाल नैगेटिव पोर्शन ही नहीं लाते, वो जो नॉट वाला पोर्शन है उन्होंने की करते हैं विदाउट हैल्पिंग वर्ब लाते हैं। लाइक आई नैवर डू इट, आई नॉट गो विद इट। जिमें सपोज करो डू यू हैव अ मैनी टॉयज़, तो वो कहते हैं कि आई नॉट हैव अ मैनी टॉयज़,
ਤਾਂ ਨੋਟ ਵਾਲਾ ਜਿਹੜਾ ਕੰਸੈਪਟ ਹੈ ਉਹ ਜਸਟ ਵਿਦਾਊਟ ਹੈਲਪਿੰਗ ਵਰਬ ਉਹ ਯੂਜ਼ ਕਰਦੇ ਹਾਂ। ਜਿਵੇਂ ਆਪਾਂ ਕਹਿ ਦਈਏ ਆਈ ਨੋਟ ਹੈਲਪ ਐਨੀਵਨ, ਆਈ ਨੈਵਰ ਗਿਵ ਦਾ ਹੈਲਪ ਟੂ ਐਨੀਵਨ, ਤਾਂ ਉਹ ਵਾਲਾ ਜਿਹੜਾ ਕੰਸੈਪਟ ਹੈ ਉਹ ਇਨਫੋਰਮਲ ਸੈਕਸ਼ਨ ਦੇ ਵਿੱਚ ਚਲਾ ਜਾਂਦਾ, ਦੈਟ ਇਜ਼ ਟੋਟਲੀ ਰੋਂਗ। ਸੋ ਵਿਦਾਊਟ ਹੈਲਪਿੰਗ ਵਰਬ ਇਟ ਇਜ਼ not possible to use the negative portions, so you should go with the helping verb while taking the conditions and while taking the negative senses, like I do not, she doesn't and she didn't वाला concept जिमें past ਦੇ ਵਿੱਚ haven't hasn't वाला concept है वो ਤੁਸੀਂ यूज़ कर सकते हो while you are speaking and while you are writing also। सो इस तरीके दे नाल आ वाला जिहड़ा कॉमन मिसटेक सीगी हैल्पिंग वर्ब तुसीं नहीं लगाउंदे, डायरैक्ट नोट लाउने हो, दैट इज़ आल्सो अ कॉमन एंड क्रिटिकल एरर। उस तो बाद मोस्ट ऑफ द कैंडीडेट्स यूज़ करते हैं जिमें कोई भी कोले वाली सेंस, जिमें डू यू हैव अ वॉच तो वो यूज़ करते हैं आई हैव नॉट वॉच। हैव नॉट कभी भी नहीं होंदा, हैव नॉट है जिहड़ा वो नैशनल लैवल ते लैंगुएज के कई बुक्स दे विच तुहानूं मिलूगा, बट जिहड़ी इंटरनैशनल लैवल की लैंगुएज है उहदे विच डजंट हैव हुंदा एंड डू नॉट हैव हुंदा एंड डिडंट हैव हुंदा। तां इहदे विच आपां हैड नॉट, हैज़ नॉट, हैव नॉट कदी नहीं हुंदा। यू शुड गो विद डोंट, यू डोंट हैव, डजंट हैव, डिडंट हैव, इन्हां जिहड़ियां कंडीशनां दे नाल यू शुड गो विद दैम। नैक्सट जिहड़ा क्वेश्चन है वो है अपने कोले फस्ट एंड सैकेंड वर्ब। लाइक जदों अपने कोले क्यू कार्ड आंदा है उस टाइम ते कैंडीडेट्स ऑलमोस्ट गेट कन्फ्यूज्ड। जिहड़ा फस्ट फॉर्म लाउणी हुंदी है उत्थे ऑलमोस्ट थोड़े वैसे घट लिटल बिट एरर्स कैन बी नोटिस्ड, बट इन द सैकेंड वर्ब अ लॉट ऑफ एरर्स कैन बी सीन अमंग द कैंडीडेट्स व्हेन दे गो विद द क्यू कार्ड इन विच वी हैव टू गो विद द पास्ट टेंस। पास्ट टेंस दे विच ऑलमोस्ट जिहड़े अपने कोले पोर्शनस हुंदे आ उन्हां दे विच जिहड़ी सैकेंड वर्ब है उत्थे वो बहुत सारियां मिसटेक्स कंडक्ट करदे आ, जिहदे नाल उन्हां दा जिहड़ा पोर्शन है वो सारा गलत हो जाता है ते उन्हां दे मार्क्स ऑलमोस्ट डिडक्ट हो जाते हैं। तो सैकेंड फॉर्म किद्दां हुंदी है जदों आपां पास्ट दे विच एक्सप्लेन करते हैं, यू शुड गो विद द सैकेंड फॉर्म। जिवें सपोज करो कि एक टाइम एक्सप्लेन करना है जदों तुसीं किसी दी हैल्प कीती तो उस टाइम ते तुसीं की यूज़ करदे हो आई हेल्प हिम, आई हेल्प हिम इन दिस वे, आई गेव हिम, आई गिव हिम यूज़ करते हो तो तुसीं की कहना है आई हेल्प्ड हिम, आई गेव हिम। कोई भी चीज़ है आई कंट्रीब्यूटेड फॉर द सोसाइटी, इट वॉज अ टाइम व्हेन आई पार्टिसिपेटेड, नॉट पार्टिसिपेट, पार्टिसिपेटेड। ठीक है, कई स्टूडेंट कहते हैं कि पार्ट मतलब टुक पार्टिसिपेट भी ला देंगे, दैट इज़ ऑल्सो टोटली रोंग। सो यू शुड गो विद टुक पार्ट। सो जदों तुसीं क्यू कार्ड नूं प्रिपेयर करते हो ट्राई टू अंडरस्टैंड अबाउट द टेंस फॉर्मेशन सो दैट मतलब थोड़े जिहड़े एरर करैक्शन है एंड एरर जिहड़े पोर्शनस है उन्होंने तुसीं डिडक्ट कर सको, जिहदे नाल थोड़े मार्क्स हैं जिहड़े वो सेव रह सकते हैं। ठीक है, इन स्पाइट ऑफ हैविंग अ गुड पोजीशन यू कैन नॉट डिडक्ट योर मार्क्स एंड इन दिस वे यू कैन बूस्ट योर मार्क्स डेफिनेटली। लास्ट बट नॉट द लीस्ट जिहड़े मोस्ट कॉमन मिसटेक्स हैं वो की हुंदा है जदों आपां स्टार्टिंग दे विच एक सेंटेंस फॉर्मेशन बनाउने आ, जदों आपां एक सेंटेंस नूं बनाउने आ तो उत्थे की यूज़ करदे आ, उत्थे मोस्ट ऑफ द कैंडीडेट्स यूज़ करदे आ फस्ट फॉर्म, दैट इज़ टोटली रोंग, टोटली रोंग। फस्ट फॉर्म में वो किमें यूज़ करते हैं ये बहुत ज़्यादा बिग एरर है कैंडीडेट्स का, क्योंकि उन्होंने कन्फर्म ही नहीं होंदा। पहला तो ये चीज़ माइंड दे विच रख लो कि जी फस्ट फॉर्म और वर्ब जी भी वर्ब है फस्ट होवे, सैकेंड होवे, थर्ड होवे, विदाउट हैल्पिंग वर्ब थर्ड फॉर्म है जी वो विदाउट हैल्पिंग वर्ब पॉसीबल ही नहीं हैगी, तो जी फस्ट और सैकेंड वर्ब है वो कदे किसी हैल्पिंग वर्ब के नाल नहीं आउंदी। ठीक है, तो ये सबजैक्ट और ऑब्जैक्ट तो बिना कभी भी नहीं आता। ये तीनों जिहड़ियां फॉर्म्स हैं सबजैक्ट और ऑब्जैक्ट तो बिना कदे भी रिलेट नहीं होंदियां, तो मोस्ट ऑफ द कैंडीडेट्स उन्होंने स्टार्टिंग चला देंगे आ, उत्थे उन्होंने जिहड़ी किरियावां करते हैं आपां शुरू दे विच जिवें आपां यूज़ करना हुंदा है सबजैक्ट तो पहलां कोई किरिया आपां ने एक्सप्लेन करनी हुंदी है, उत्थे अपने कोले नाउन सैक्शन हुंदा। नाउन दे विच की लगदा है वर्ब दी फस्ट फॉर्म नाल आई जांदी। फॉर एग्जाम्पल स्टूडेंट की करते हैं हेल्प इज़ गुड हैबिट या गुड थिंग। ठीक है, एज कंट्रीब्यूटिंग फॉर द सोसाइटी है ना, तो उत्थे की होंदा हेल्प इज़ टोटली रोंग बिकॉज सबजैक्ट और ऑब्जैक्ट तो बिना ही पॉसीबल नहीं। इत्थे की आ जाऊगा हेल्पिंग इज़ अ गुड थिंग। सो स्टार्टिंग दे विच जिहड़ा आउंदा है वो नाउन पोर्शन होंदा है, बी कॉन्शियस रिगार्डिंग दिस। कंसनट्रेशन ते पॉइंट है जिवें आई कैन कॉन्सनट्रेट, कॉन्सनट्रेट इज़ अ वर्ब। स्टार्टिंग से जिवें आपां कह दईए कॉन्सनट्रेट टुवर्ड्स द स्टडी इज़ अ डोमीनेंट नीड इन ऑर्डर टू फोकस ऑन द स्टडी, तो उत्थे कॉन्सनट्रेशन हुंदा, हाई कॉन्सनट्रेशन लैवल होगा, हाई कॉन्सनट्रेट नहीं होगा, तो इत्थे आपां नूं नाउन वर्ड यूज़ करना पऊगा बी कॉन्शियस।
सो 2 एरर्स आर लैफ्ट लाइक जदों अपने को 2 आंदा है 4 आंदा है ठीक है ऑफ आंदा है मोस्ट ऑफ द कैंडीडेट्स टू बी कन्फ्यूज्ड लाइक 2 नाल फर्स्ट फॉर्म नाल ING ला देंदे आ ठीक है 4 नाल फर्स्ट फॉर्म ला देंदे आ ऑफ नाल आल्सो फर्स्ट फॉर्म ला देंदे आ दैट इज टोटली रॉन्ग बी कॉन्शियस ठीक है कदों यूज करते हैं आप इन्हां नूं आपां यूज करते हैं वैन वी हैव अ टू वर्ब्स कदों आउंदियां जदों 2 क्रियावां नूं आपां इकट्ठा परफॉर्म करते हैं तो उत्थे की आउंदा अपने कोले 2 ते 4 वाला कंसैप्ट आउंदा 2 दे नाल हमेशा की आऊगा फर्स्ट फॉर्म 4 नाल हमेशा की आऊगा ING जिवें आई एम वर्किंग ऑन माई कम्युनिकेशन स्किल फॉर इंप्रूविंग माई लैंग्वेज स्किल मेरे लैंग्वेज स्किल नूं इंप्रूव करन वास्ते सो 4 नाल की आऊगा इंप्रूविंग आऊगा जिवें आपां कह दईए मैनू म्यूजिक सुनना बहुत पसंद है आई लाइक टू लिसन टू द म्यूजिक लाइक हो गया तो लिसन हो गया एक पसंद करना हो गया एक सुनना हो गया 2 क्रियावां हो गई 2 काम इकट्ठे हो गए सो दैट्स वाई उहदे नाल की आऊगा अपने कोले फर्स्ट फॉर्म आऊगी 2 दे नाल ऑफ का जो कंसैप्ट होंगे वो ING होंगे जिमें मैं थोड़ा टैंपलेट भी कराया हुआ बोथ व्यू का हाईलाइटिंग द फर्स्ट एस्पैक्ट पीपल सपोर्ट द आइडिया ऑफ तो उत्थे ऑफ के नाल काफ़ी कैंडीडेट्स वर्ब कली ला देंगे उत्थे ING का सैक्शन आऊगा जिमें आप कह दीए सम पीपल थिंक दैट इंडल्जिंग द कंप्यूटर इज़ बेनीफिशियल फॉर द कैंडीडेट तो वो की आऊगा हाईलाइटिंग द फर्स्ट एस्पैक्ट people support the idea of engaging the computer in the school curriculum because in this way they can become techno savvy and they can become used to with the technology so इस तरीके दे नाल AC error होप करदी हां properly समझ आया होगा as usual when you find any kind of doubt regarding my videos you should go with the comment section and comment on my video regarding some of the queries that you have always so that I can upload the another videos on the behalf of your queries and you can also visit my institute that is situated in Pucho Mandi so in this way properly jehड़ा आपां error deduction है वो portion discuss किया definitely you should go with the video properly and you should examine and analyze all the concepts in your daily basis so thank you so much.